ਜ਼ਿੰਦਗੀ ਵਿੱਚ ਮੁਸ਼ਕਲ ਦਾ ਹਰ ਦਰਿਆ ਪਾਰ ਹੋ ਜਾਵੇਗਾ। ਬਸ ਥੋੜ੍ਹੀ ਜਿਹੀ ਹਿੰਮਤ ਰੱਖਿਓ, ਇੱਕ ਨਾ ਇੱਕ ਦਿਨ ਚਮਤਕਾਰ ਵੀ ਹੋ ਜਾਵੇਗਾ। ਦੋਸਤੋ, ਅੱਜ ਦੀ ਇਹ ਕਹਾਣੀ ਸ਼ਹਿਰ ਦੇ ਇੱਕ ਅਮੀਰ ਸੇਠ ਦੀ ਹੈ, ਜਿਸ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਉਸਦੇ ਬਹੁਤ ਸਾਰੇ ਕਾਰੋਬਾਰ ਚੱਲ ਰਹੇ ਸੀ। ਉਹ ਅਨੇਕਾਂ ਹੀ ਫੈਕਟਰੀਆਂ ਦਾ ਮਾਲਕ ਸੀ। ਬਸ ਇਹ ਸਮਝ ਲਵੋ ਕਿ ਉਸ ਨੂੰ ਕੋਈ ਕਮੀ ਨਹੀਂ ਸੀ। ਉਸ ਕੋਲ ਰਹਿਣ ਲਈ ਇੱਕ ਆਲੀਸ਼ਾਨ ਬੰਗਲਾ ਸੀ। ਇੱਕ ਦਿਨ ਇੱਕ ਫੈਕਟਰੀ ਦਾ ਦੌਰਾ ਕਰਕੇ ਉਹ ਘਰ ਵਾਪਸ ਆਇਆ। ਜਦੋਂ ਘਰ ਆਇਆ ਤਾਂ ਕੀ ਦੇਖਦਾ ਹੈ ਕਿ ਘਰ ਵਿੱਚ ਪੂਜਾ ਪਾਠ ਚੱਲ ਰਿਹਾ ਸੀ। ਸ਼ਾਮ ਦੀ ਆਰਤੀ ਚੱਲ ਰਹੀ ਸੀ। ਸੇਠ ਥੋੜ੍ਹਾ ਨਾਸਤਿਕ ਬੰਦਾ ਸੀ, ਇਸ ਲਈ ਉਹ ਰੱਬ ਨਾਲ ਜੁੜੀਆਂ ਗੱਲਾਂ ਤੋਂ ਦੂਰ ਹੀ ਰਹਿੰਦਾ ਸੀ ਅਤੇ ਉਹ ਚੁੱਪ-ਚਾਪ ਸਿੱਧਾ ਆਪਣੇ ਕਮਰੇ ਵਿੱਚ ਗਿਆ ਅਤੇ ਬੈਠ ਕੇ ਦਿਨ ਦਾ ਹਿਸਾਬ ਕਿਤਾਬ ਕਰਨ ਲੱਗਿਆ। ਨੌਕਰ ਨੂੰ ਹੁਕਮ ਦਿੱਤਾ ਕਿ ਇੱਕ ਕੱਪ ਕੌਫੀ ਲੈ ਆਵੇ। ਜਦੋਂ ਨੌਕਰ ਕੌਫੀ ਲੈਣ ਗਿਆ ਤਾਂ ਅਚਾਨਕ ਸੇਠ ਦੀ ਛਾਤੀ ਵਿੱਚ ਦਰਦ ਹੋਣ ਲੱਗ ਗਿਆ। ਉਸਨੇ ਨੌਕਰ ਨੂੰ ਬੁਲਾ ਕੇ ਕੌਫੀ ਬਾਅਦ ਵਿੱਚ ਅਤੇ ਪਹਿਲਾਂ ਫਟਾਫਟ ਸ਼ਹਿਰ ਦੇ ਵਧੀਆ ਡਾਕਟਰਾਂ ਨੂੰ ਬੁਲਾਉਣ ਲਈ ਕਿਹਾ। ਡਾਕਟਰ ਆਏ ਅਤੇ ਕਾਫੀ ਸਾਰੇ ਟੈਸਟ ਵਗੈਰਾ ਕੀਤੇ। ਉਹਨਾਂ ਅਨੁਸਾਰ ਸੇਠ ਬਿਲਕੁਲ ਠੀਕ ਠਾਕ ਸੀ, ਪਰ ਸੇਠ ਨੇ ਕਿਹਾ, ਮੈਨੂੰ ਤਾਂ ਹਜੇ ਵੀ ਬੇਚੈਨੀ ਹੋ ਰਹੀ ਹੈ, ਤੁਸੀਂ ਮੈਨੂੰ ਜਲਦੀ ਕੋਈ ਦਵਾਈ ਦਿਓ। ਡਾਕਟਰਾਂ ਨੇ ਸੇਠ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕਰੀ, ਪਰ ਸੇਠ ਜੀ ਅੰਦਰੋਂ ਅਜੀਬ ਜਿਹਾ ਮਹਿਸੂਸ ਕਰ ਰਹੇ ਸੀ। ਤਾਂ ਡਾਕਟਰਾਂ ਨੇ ਸੇਠ ਦਾ ਦਿਲ ਰੱਖਣ ਲਈ ਕੁਝ ਦਵਾਈਆਂ ਲਿਖ ਦਿੱਤੀਆਂ ਅਤੇ ਨਾਲ ਇੱਕ ਨੀਂਦ ਦੀ ਗੋਲੀ ਵੀ ਲਿਖ ਦਿੱਤੀ, ਜੋ ਨੀਂਦ ਨਾ ਆਉਣ 'ਤੇ ਲਈ ਜਾ ਸਕੇ, ਅਤੇ ਨਾਲ ਹੀ ਕਿਹਾ ਕਿ ਤੁਹਾਨੂੰ ਬਸ ਥੋੜ੍ਹੇ ਆਰਾਮ ਦੀ ਜ਼ਰੂਰਤ ਹੈ। ਸ਼ਾਇਦ ਤੁਹਾਨੂੰ ਕਿਸੇ ਗੱਲ ਨੇ ਪਰੇਸ਼ਾਨ ਕੀਤਾ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਤੁਹਾਨੂੰ ਬੇਚੈਨੀ ਹੋ ਰਹੀ ਹੈ। ਡਾਕਟਰਾਂ ਦੇ ਜਾਣ ਤੋਂ ਬਾਅਦ ਨੌਕਰ ਨੇ ਸੇਠ ਨੂੰ ਖਾਣਾ ਖਵਾ ਕੇ ਦਵਾਈ ਦਿੱਤੀ, ਪਰ ਸੇਠ ਨੂੰ ਨੀਂਦ ਨਹੀਂ ਆ ਰਹੀ ਸੀ। ਫਿਰ ਉੱਠ ਕੇ ਉਸਨੇ ਉਹ ਨੀਂਦ ਦੀ ਗੋਲੀ ਵੀ ਲੈ ਲਈ, ਪਰ ਨੀਂਦ ਉਸ ਦੀਆਂ ਅੱਖਾਂ ਤੋਂ ਹੁਣ ਵੀ ਕੋਹਾਂ ਦੂਰ ਸੀ। ਟਾਈਮ ਦੇਖਿਆ ਤਾਂ ਰਾਤ ਦੇ 3 ਵਜੇ ਹੋਏ ਸੀ। ਉਸ ਨੂੰ ਲੱਗਾ ਕਿ ਸ਼ਾਇਦ ਬੰਦ ਕਮਰੇ ਕਰਕੇ ਉਸ ਨਾਲ ਇਹ ਸਭ ਹੋ ਰਿਹਾ ਹੈ। ਤਾਂ ਉਹ ਕਮਰੇ ਵਿੱਚੋਂ ਬਾਹਰ ਆ ਕੇ ਆਪਣੇ ਆਲੀਸ਼ਾਨ ਬੰਗਲੇ ਦੇ ਬਗੀਚੇ ਵਿੱਚ ਟਹਿਲਣ ਲਈ ਚਲਿਆ ਗਿਆ। ਉੱਥੇ ਵੀ ਮਨ ਨੂੰ ਸਕੂਨ ਨਹੀਂ ਮਿਲ ਰਿਹਾ ਸੀ। ਫਿਰ ਉਸਨੇ ਸੋਚਿਆ ਕਿ ਕਿਉਂ ਨਾ ਬਾਹਰ ਹੀ ਘੁੰਮਿਆ ਜਾਵੇ। ਪਤਾ ਨਹੀਂ ਕੀ ਖਿਆਲ ਸੇਠ ਜੀ ਦੇ ਮਨ ਵਿੱਚ ਆ ਰਹੇ ਸੀ। ਉਹ ਉਹਨਾਂ ਸੋਚਾਂ ਨੂੰ ਸੋਚਦਾ ਘਰ ਤੋਂ ਇੰਨਾ ਦੂਰ ਨਿਕਲ ਗਿਆ ਕਿ ਉਸ ਨੂੰ ਪਤਾ ਵੀ ਨਾ ਲੱਗਿਆ। ਸੜਕ ਦੇ ਕਿਨਾਰੇ ਬੈਠਣ ਲਈ ਇੱਕ ਬੈਂਚ ਲੱਗਾ ਹੋਇਆ ਸੀ। ਉਸ 'ਤੇ ਚੌਂਕੜੀ ਮਾਰ ਕੇ ਬੈਠ ਗਿਆ। ਉੱਥੇ ਬੈਠਾ ਉਹ ਆਪਣੇ ਪੁਰਾਣੇ ਦਿਨ ਯਾਦ ਕਰਨ ਲੱਗਿਆ। ਉਹ ਦਿਨ ਜਦੋਂ ਉਸ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ। ਉਹ ਆਪਣੇ ਖਿਆਲਾਂ ਵਿੱਚ ਇੰਨਾ ਗੁਆਚਿਆ ਹੋਇਆ ਸੀ ਕਿ ਕਦੋਂ ਇੱਕ ਕੁੱਤਾ ਆਇਆ ਅਤੇ ਉਸ ਦੀ ਚੱਪਲ ਚੱਕ ਕੇ ਦੌੜ ਗਿਆ, ਉਸ ਨੂੰ ਪਤਾ ਵੀ ਨਹੀਂ ਲੱਗਿਆ। ਫਿਰ ਦੂਰੋਂ ਉਸਨੇ ਕੁੱਤੇ ਨੂੰ ਚੱਪਲ ਲੈ ਕੇ ਜਾਂਦੇ ਹੋਏ ਦੇਖਿਆ। ਉਹ ਕੁੱਤਾ ਚੱਪਲ ਲੈ ਕੇ ਝੁੱਗੀਆਂ ਝੌਂਪੜੀਆਂ ਵੱਲ ਦੌੜ ਗਿਆ। ਸੇਠ ਵੀ ਉਸ ਦੇ ਪਿੱਛੇ ਉੱਥੇ ਚਲਿਆ ਗਿਆ ਅਤੇ ਆਵਾਜ਼ ਦਿੱਤੀ। ਕੁੱਤਾ ਡਰ ਗਿਆ ਅਤੇ ਚੱਪਲ ਨੂੰ ਉੱਥੇ ਹੀ ਛੱਡ ਕੇ ਦੌੜ ਗਿਆ। ਉਸਨੇ ਆਪਣੇ ਪੈਰ ਵਿੱਚ ਚੱਪਲ ਪਾਈ ਅਤੇ ਆਪਣੇ ਘਰ ਵੱਲ ਰਵਾਨਾ ਹੋਣ ਲੱਗਿਆ ਤਾਂ ਉਸਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਧਿਆਨ ਨਾਲ ਸੁਣਿਆ ਤਾਂ ਇਹ ਕਿਸੇ ਔਰਤ ਦੀ ਆਵਾਜ਼ ਸੀ, ਜੋ ਨੇੜੇ ਬਣੀ ਕਿਸੇ ਝੌਂਪੜੀ ਵਿੱਚੋਂ ਆ ਰਹੀ ਸੀ। ਕਾਫੀ ਦੇਰ ਹੋ ਚੁੱਕੀ ਸੀ, ਸਵੇਰ ਦੇ 4 ਵੱਜ ਰਹੇ ਸੀ। ਸੇਠ ਦੁਚਿੱਤੀ ਵਿੱਚ ਪੈ ਗਿਆ ਕਿ ਕੀ ਕਰੇ। ਪਹਿਲਾਂ ਉਸਨੇ ਸੋਚਿਆ ਕਿ ਝੌਂਪੜੀ ਅੰਦਰ ਜਾ ਕੇ ਪੁੱਛੇ ਕਿ ਉਹ ਰੋ ਕਿਉਂ ਰਹੀ ਹੈ। ਫਿਰ ਸੋਚਿਆ ਕਿ ਰਾਤ ਕਾਫੀ ਹੋ ਚੁੱਕੀ ਹੈ, ਘਰ ਨੂੰ ਹੀ ਚੱਲਿਆ ਜਾਵੇ। ਵਾਪਸ ਤੁਰ ਲੱਗਿਆ ਤਾਂ ਮਨ ਵਿੱਚ ਫਿਰ ਖਿਆਲ ਆਇਆ ਕਿ ਜਾ ਕੇ ਪੁੱਛਦਾ ਲਵਾਂ ਕਿ ਆਖਰ ਗੱਲ ਕੀ ਹੋਈ ਹੈ। ਉਸਨੇ ਜਦੋਂ ਝੌਂਪੜੀ ਦੀ ਖਿੜਕੀ ਵਿੱਚੋਂ ਦੇਖਿਆ ਤਾਂ ਇੱਕ ਔਰਤ ਦੀਵਾਰ ਨਾਲ ਸਿਰ ਮਾਰ ਕੇ ਰੋ ਰਹੀ ਸੀ। ਉਸ ਨੂੰ ਬੜਾ ਅਜੀਬ ਲੱਗਿਆ। ਉਹ ਤੁਰੰਤ ਗਿਆ ਅਤੇ ਉਸ ਝੌਂਪੜੀ ਦਾ ਦਰਵਾਜ਼ਾ ਖੜਕਾ ਦਿੱਤਾ। ਉਸ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੱਥ ਜੋੜ ਕੇ ਖੜ੍ਹ ਗਿਆ ਅਤੇ ਬੋਲਿਆ, ਮੈਨੂੰ ਮਾਫ਼ ਕਰਿਓ, ਮੈਨੂੰ ਗਲਤ ਨਾ ਸਮਝੋ। ਮੈਂ ਇੱਥੋਂ ਦੀ ਲੰਘ ਰਿਹਾ ਸੀ ਤਾਂ ਮੈਨੂੰ ਤੁਹਾਡੇ ਰੋਣ ਦੀ ਆਵਾਜ਼ ਆਈ। ਕੀ ਮੈਂ ਜਾਣ ਸਕਦਾ ਕਿ ਤੁਸੀਂ ਰੋ ਕਿਉਂ ਰਹੇ ਹੋ? ਉਸ ਔਰਤ ਨੇ ਕਿਹਾ ਕਿ ਬਾਊ ਜੀ, ਮੈਂ ਰੋਣ ਤੋਂ ਬਿਨਾਂ ਹੋਰ ਕਰ ਕੀ ਸਕਦੀ ਹਾਂ। ਅੰਦਰ ਮੇਰੀ 7 ਸਾਲ ਦੀ ਬੇਟੀ ਜ਼ਮੀਨ 'ਤੇ ਲੇਟੀ ਹੋਈ ਹੈ ਅਤੇ ਉਹ ਬਹੁਤ ਬਿਮਾਰ ਹੈ। ਡਾਕਟਰ ਇਸ ਦੇ ਇਲਾਜ ਲਈ ਲੱਖਾਂ ਰੁਪਏ ਮੰਗ ਰਹੇ ਨੇ, ਪਰ ਮੇਰੀ ਸਹਾਇਤਾ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਸੇਠ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਕੀ ਹੋ ਜਾਵੇਗਾ? ਰੋਣ ਨਾਲ ਤੁਹਾਨੂੰ ਪੈਸੇ ਥੋੜ੍ਹੀ ਮਿਲ ਜਾਣਗੇ। ਤੁਸੀਂ ਕੰਮ ਕਿੱਥੇ ਕਰਦੇ ਹੋ? ਤਾਂ ਉਸ ਔਰਤ ਨੇ ਕਿਹਾ,
ਕਿ ਮੈਂ ਤਾਂ ਘਰ ਘਰ ਜਾ ਕੇ ਝਾੜੂ ਪੋਚਾ ਕਰਦੀ ਹਾਂ। ਤਾਂ ਸੇਠ ਨੇ ਕਿਹਾ ਕਿ ਉਹਨਾਂ ਤੋਂ ਸਹਾਇਤਾ ਲੈ ਲਵੋ, ਰੋਣ ਨਾਲ ਕੀ ਹੋ ਜੂ। ਫਿਰ ਉਸ ਔਰਤ ਨੇ ਕਿਹਾ ਕਿ ਕੱਲ੍ਹ ਇੱਕ ਬਾਬਾ ਜੀ ਇੱਥੋਂ ਲੰਘ ਰਹੇ ਸੀ, ਉਹਨਾਂ ਨੇ ਕਿਹਾ ਸੀ ਕਿ ਕੱਲ੍ਹ ਸਵੇਰੇ 4 ਵਜੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿਓ, ਦੇਖਿਓ ਇੱਕ ਚਮਤਕਾਰ ਹੋਵੇਗਾ। ਮੈਂ ਇਸ ਲਈ ਰੋ ਰਹੀ ਸੀ ਕਿ ਸ਼ਾਇਦ ਉਸ ਬਾਬਾ ਜੀ ਦੀ ਗੱਲ ਸੱਚ ਹੀ ਹੋ ਜਾਵੇ। ਸੇਠ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਸ ਦਾ ਦਿਲ ਪਿਘਲ ਗਿਆ। ਉਸਨੇ ਫਟਾਫਟ ਆਪਣਾ ਫੋਨ ਕੱਢਿਆ ਤੇ ਡਾਕਟਰ ਨੂੰ ਕਾਲ ਕੀਤੀ। ਥੋੜ੍ਹੀ ਦੇਰ ਬਾਅਦ ਹੀ ਇੱਕ ਐਂਬੂਲੈਂਸ ਉੱਥੇ ਆ ਗਈ। ਡਾਕਟਰਾਂ ਨੂੰ ਉਸਨੇ ਕਿਹਾ, ਇਸ ਬੱਚੀ ਦੇ ਇਲਾਜ 'ਤੇ ਜੋ ਵੀ ਖਰਚਾ ਆਵੇਗਾ ਉਹ ਮੈਂ ਦੇ ਦੇਵਾਂਗਾ, ਬਸ ਤੁਸੀਂ ਇਸ ਦਾ ਇਲਾਜ ਵਧੀਆ ਢੰਗ ਨਾਲ ਕਰਿਓ। ਉਸਨੇ ਉਸ ਔਰਤ ਨੂੰ ਕਿਹਾ ਕਿ ਤੁਸੀਂ ਕੱਲ੍ਹ ਤੋਂ ਹੀ ਮੇਰੇ ਕੋਲ ਕੰਮ 'ਤੇ ਆ ਜਾਓ, ਤੁਹਾਨੂੰ ਜੋ ਕੰਮ ਵਧੀਆ ਲੱਗੇ ਉਹ ਕਰ ਲਿਓ। ਤੇ ਉਸ ਦੇ ਰਹਿਣ ਲਈ, ਆਪਣੇ ਸਟਾਫ ਦੇ ਰਹਿਣ ਲਈ ਬਣੇ ਘਰਾਂ ਵਿੱਚੋਂ ਉਸਨੂੰ ਇੱਕ ਘਰ ਵੀ ਦੇ ਦਿੱਤਾ। ਤੇ ਹੈਰਾਨੀ ਦੀ ਗੱਲ ਇਹ ਸੀ ਕਿ ਸੇਠ ਦੀ ਉਹ ਬੇਚੈਨੀ ਉਸ ਸਮੇਂ ਹੀ ਖਤਮ ਹੋ ਗਈ ਸੀ ਜਦੋਂ ਉਸਨੇ ਡਾਕਟਰ ਨੂੰ ਕਾਲ ਕਰੀ ਸੀ। ਪਰ ਹੁਣ ਉਸਨੂੰ ਇੱਕ ਸ਼ੱਕ ਜਿਹਾ ਹੋ ਰਿਹਾ ਸੀ ਕਿ ਉਹ ਪਰਮਾਤਮਾ ਦੇ ਨਾਮ ਤੋਂ ਵੀ ਇੰਨਾ ਦੂਰ ਰਹਿੰਦਾ ਹੈ। ਪਰ ਇਹ ਜੋ ਘਟਨਾ ਹੋਈ, ਉਸਨੇ ਉਸਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਵਾਕਈ ਭਗਵਾਨ ਹੈ। ਇਹ ਚੱਕਰ ਕੀ ਹੈ ਕਿ ਉਸ ਬਾਬੇ ਨੇ ਉਸ ਔਰਤ ਨੂੰ ਕਿਹਾ ਕਿ 4 ਵਜੇ ਰੋਣਾ ਸ਼ੁਰੂ ਕਰ ਦਿਓ, ਚਮਤਕਾਰ ਹੋਵੇਗਾ। ਤੇ ਸਬੱਬ ਨਾਲ ਮੈਂ ਉੱਥੇ ਪਹੁੰਚ ਗਿਆ ਤੇ ਉਹਨਾਂ ਦੀ ਸਹਾਇਤਾ ਕਰ ਦਿੱਤੀ। ਫਿਰ ਖਿਆਲ ਆਇਆ ਕਿ ਜੇਕਰ ਵਾਕਈ ਭਗਵਾਨ ਹੈ ਤਾਂ ਉਹ ਸਾਨੂੰ ਜਾਤਾਂ ਧਰਮਾਂ ਦੇ ਨਾਂ 'ਤੇ ਕਿਉਂ ਲੜਾ ਰਿਹਾ ਹੈ। ਉਸ ਔਰਤ ਦਾ ਨਾ ਤਾਂ ਮੈਂ ਧਰਮ ਜਾਂ ਜਾਤ ਪੁੱਛੀ, ਨਾ ਉਸਨੇ ਮੇਰਾ ਪੁੱਛਿਆ। ਉੱਪਰ ਵਾਲੇ ਨੇ ਵੀ ਸਾਡੀ ਜਾਤ ਪਾਤ ਬਾਰੇ ਨਹੀਂ ਸੋਚਿਆ, ਬਸ ਮੈਨੂੰ ਇੱਕ ਜ਼ਰੀਆ ਬਣਾ ਕੇ ਉੱਥੇ ਭੇਜ ਦਿੱਤਾ। ਸੇਠ ਨੂੰ ਇੱਕ ਗੱਲ 'ਤੇ ਬੜਾ ਭਰੋਸਾ ਸੀ ਕਿ ਕਰਮ ਕਰਦੇ ਜਾਓ, ਉਸ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ। ਇਸ ਲਈ ਉਹ ਕੰਮ ਵਿੱਚ ਇੰਨਾ ਬਿਜ਼ੀ ਰਹਿੰਦਾ ਸੀ ਤੇ ਉਸਨੇ ਇੰਨੀ ਤਰੱਕੀ ਕਰੀ ਸੀ। ਪਰ ਉਸ ਦਿਨ ਉਸਨੂੰ ਇੱਕ ਹੋਰ ਗੱਲ ਸਮਝ ਵਿੱਚ ਆਈ ਕਿ ਸਭ ਦੇ ਨਾਲ ਨਾਲ ਸਾਨੂੰ ਇਨਸਾਨੀਅਤ ਲਈ ਵੀ ਕੰਮ ਕਰਨੇ ਚਾਹੀਦੇ ਨੇ। ਕਿਸੇ ਨਾ ਕਿਸੇ ਦੀ ਸਹਾਇਤਾ ਵੀ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਦੋਂ ਉਸਨੇ ਅਜਿਹਾ ਕੀਤਾ ਤਾਂ ਉਸਨੂੰ ਜੋ ਬੇਚੈਨੀ ਹੋ ਰਹੀ ਸੀ ਉਹ ਖਤਮ ਹੋ ਗਈ ਤੇ ਉਸ ਦਾ ਮਨ ਬਿਲਕੁਲ ਸ਼ਾਂਤ ਹੋ ਗਿਆ। ਭਗਵਾਨ ਨੇ ਬਸ ਇੱਕ ਹੀ ਧਰਮ ਬਣਾਇਆ ਹੈ, ਉਹ ਹੈ ਇਨਸਾਨੀਅਤ ਦਾ। ਇਹ ਕਹਾਣੀ ਸਾਨੂੰ ਬੜਾ ਕੁਝ ਸਿਖਾਉਂਦੀ ਹੈ। ਪਹਿਲੀ ਗੱਲ ਕਿ ਜੇਕਰ ਸਾਨੂੰ ਭਰੋਸਾ ਹੈ ਤਾਂ ਚਮਤਕਾਰ ਜ਼ਰੂਰ ਹੁੰਦੇ ਨੇ। ਦੂਜੀ ਗੱਲ ਕਿ ਜੇਕਰ ਕਿਸੇ ਦੀ ਸਹਾਇਤਾ ਕਰੋਗੇ ਤਾਂ ਤੁਹਾਡੀ ਸਹਾਇਤਾ ਉਹ ਪਰਮਾਤਮਾ ਖੁਦ ਹੀ ਕਰ ਦੇਵੇਗਾ। ਤੇ ਤੀਸਰੀ ਸਭ ਤੋਂ ਵੱਡੀ ਗੱਲ ਕਿ ਸਿਰਫ ਗਿਆਨ ਵੰਡਣ ਨਾਲ ਹੀ ਕੁਝ ਨਹੀਂ ਹੁੰਦਾ, ਮੁਸਕਾਨ ਵੰਡਣ ਨਾਲ ਵੀ ਬਹੁਤ ਕੁਝ ਹੋ ਜਾਂਦਾ ਹੈ।